ਚਾਹ ਪੀ ਲਿਆ ਕਰੋ ਪਰ ਲਹੂ ਨਾ ਪੀਆ ਕਰੋ। ਬਾਬਾ ਜੀ ਨੇ ਦੁਪਹਿਰ ਦਾ ਪ੍ਰਸ਼ਾਦਾ ਛਕਿਆ, ਥੋੜਾ ਆਰਾਮ ਕਰਕੇ ਮੁੜ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਚੱਲਦੇ ਪਾਠ ਦੌਰਾਨ ਸਰਦਾਰ ਹਰੀ ਸਿੰਘ ਜੀ ਪਟਵਾਰੀ, ਜੋ ਕਿ ਪਿੰਡ ਸਤੌਰ ਦੇ ਵਸਨੀਕ ਸਨ ਅਤੇ ਬਤੌਰ ਪਟਵਾਰੀ ਦਸੂਹੇ ਦੇ ਨਜ਼ਦੀਕ ਪਿੰਡ ਉਸਮਾਨ ਸ਼ਹੀਦ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪਟਵਾਰ ਦਾ ਕੰਮ ਕਰਦੇ ਸਨ। ਬਾਬਾ ਜੀ ਦਾ ਪਿੰਡ ਉਸਮਾਨ ਸ਼ਹੀਦ ਵਿੱਚ ਵਸਦੇ ਗੁਰਮੁਖ ਪਿਆਰਿਆਂ ਨਾਲ ਕਾਫੀ ਪਿਆਰ ਸੀ ਅਤੇ ਉਸ ਪਿੰਡ ਵਿੱਚ ਬਾਬਾ ਜੀ ਅਕਸਰ ਹੀ ਜਾਇਆ ਕਰਦੇ ਸਨ। ਉੱਥੇ ਹੀ ਪਟਵਾਰੀ ਹਰੀ ਸਿੰਘ ਹੋਰਾਂ ਨੂੰ ਬਾਬਾ ਜੀ ਦੀ ਸੰਗਤ ਮਿਲੀ ਅਤੇ ਇਸ ਗੁਰਮੁਖੀ ਸੰਗਤ ਵਿੱਚੋਂ ਗੁਰਮਤਿ ਦੀ ਚੇਟਕ ਲੱਗੀ। ਪਟਵਾਰੀ ਹਰੀ ਸਿੰਘ ਹੋਰਾਂ ਦਾ ਪਰਿਵਾਰ ਪਹਿਲਾਂ ਸਨਾਤਨੀ ਖਿਆਲਾਂ ਦਾ ਸੀ, ਫਿਰ ਬਾਬਾ ਜੀ ਦੀ ਸੰਗਤ ਵਿੱਚੋਂ ਆਪ ਨੂੰ ਗੁਰਮਤਿ ਦੀ ਪਾਨ ਚੜ੍ਹੀ ਅਤੇ ਇਹਨਾਂ ਨੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ ਅਤੇ ਬਾਅਦ ਵਿੱਚ ਗੁਰੂ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਸੰਚਾਰ ਦੀ ਸੇਵਾ ਵੀ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਕਰਦੇ ਰਹੇ। ਸੋ ਪਟਵਾਰੀ ਹਰੀ ਸਿੰਘ ਹੋਰੀ ਅਤੇ ਉਹਨਾਂ ਦੇ ਨਾਲ ਇੱਕ ਹੋਰ ਸੱਜਣ ਸੰਗਤ ਵਿੱਚ ਆ ਬੈਠੇ। ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ। ਬਾਬਾ ਜੀ ਨੇ ਸਰਦਾਰ ਹਰੀ ਸਿੰਘ ਹੋਰਾਂ ਅਤੇ ਨਾਲ ਆਏ ਸੱਜਣ ਦੀ ਰਾਜੀ ਖੁਸ਼ੀ ਅਤੇ ਜਲ ਪਾਣੀ ਦੀ ਸੇਵਾ ਪੁੱਛੀ। ਥੋੜ੍ਹੇ ਚਿਰ ਵਿੱਚ ਹੀ ਲਾਂਗਰੀ ਭਾਈ ਅਮਰ ਸਿੰਘ ਹੋਰੀ ਨਵੇਂ ਆਏ ਸੱਜਣਾਂ ਲਈ ਮਿੱਠੀ ਲੱਸੀ ਪੀਣ ਵਾਸਤੇ ਲੈ ਆਏ। ਜਲ ਪਾਣੀ ਪਾਨ ਕਰਨ ਉਪਰੰਤ ਪਟਵਾਰੀ ਹਰੀ ਸਿੰਘ ਹੋਰਾਂ ਨੇ ਨਾਲ ਆਏ ਸੱਜਣ ਦੀ ਬਾਬਾ ਜੀ ਨੂੰ ਜਾਣਕਾਰੀ ਦੇਣੀ ਆਰੰਭੀ ਤੇ ਬਾਬਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਬਾਬਾ ਜੀ, ਇਸ ਸੱਜਣ ਦਾ ਨਾਮ ਸਰਦਾਰ ਵਰਿਆਮ ਸਿੰਘ ਹੈ। ਮੇਰੇ ਮੌਕੇ ਦੇ ਅਫਸਰ ਗਿਰਦਾਵਰ ਲੱਗੇ ਹੋਏ ਹਨ, ਬਹੁਤ ਹੀ ਇਮਾਨਦਾਰ ਨੇ। ਕਿਸੇ ਦੇ ਘਰੋਂ ਪ੍ਰਸ਼ਾਦਾ ਛਕਣਾ ਤਾਂ ਇੱਕ ਪਾਸੇ ਰਿਹਾ, ਚਾਹ ਦਾ ਕੱਪ ਵੀ ਨਹੀਂ ਪੀਂਦੇ, ਪੀਣ ਲਈ ਪਾਣੀ ਵੀ ਆਪਣੇ ਹੀ ਘਰੋਂ ਲੈ ਕੇ ਆਉਂਦੇ ਨੇ। ਬਾਬਾ ਜੀ ਨੇ ਪਟਵਾਰੀ ਹਰੀ ਸਿੰਘ ਹੋਰਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕੁਝ ਸਮਾਂ ਚੁੱਪ ਰਹੇ। ਚੁੱਪ ਰਹਿਣ ਉਪਰੰਤ ਬਾਬਾ ਜੀ ਗੁਰਦਾਵਰ ਸਾਹਿਬ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਗੁਰਦਾਵਰ ਸਾਹਿਬ, ਪਟਵਾਰੀ ਹੋਰਾਂ ਨੇ ਆਪ ਜੀ ਪ੍ਰਥਾਏ ਜੋ ਦੱਸਿਆ ਹੈ ਬਹੁਤ ਚੰਗਾ ਹੈ, ਕਿਸੇ ਉੱਪਰ ਬੋਝ ਪਾਉਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਪਰ ਇੱਕ ਬੇਨਤੀ ਮੇਰੇ ਵੱਲੋਂ ਤੁਹਾਨੂੰ ਹੈ ਕਿ ਕਿਸੇ ਦੇ ਘਰੋਂ ਜੇਕਰ ਸਰੀਰ ਨੂੰ ਲੋੜ ਹੋਵੇ ਤਾਂ ਕੋਈ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਣਾ ਚਾਹਵੇ ਤੇ ਪ੍ਰਸ਼ਾਦਾ ਛਕ ਲੈਣਾ ਚਾਹੀਦਾ ਹੈ, ਚਾਹ ਵੀ ਪੀ ਲੈਣੀ ਚਾਹੀਦੀ ਹੈ। ਕਿਉਂਕਿ ਚਾਹ ਪੀਣ ਜਾਂ ਪਿਲਾਉਣ ਨਾਲ ਜਾਂ ਪ੍ਰਸ਼ਾਦਾ ਛਕਣ ਨਾਲ ਜਾਂ ਛਕਾਉਣ ਨਾਲ ਬੰਦਾ ਮਰਦਾ ਨਹੀਂ, ਪਰ ਤੁਸੀਂ ਲਹੂ ਨਾ ਪੀਆ ਕਰੋ। ਲਹੂ ਪੀਣ ਨਾਲ ਬੰਦਾ ਮਰ ਜਾਂਦਾ ਹੈ। ਦੂਸਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਮਨੁੱਖ ਦੀ ਰਤ ਪੀਣ ਨਾਲ ਰਤ ਪੀਣ ਵਾਲੇ ਮਨੁੱਖ ਦਾ ਮਨ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਗੁਰਦੇਵ ਪਾਤਸ਼ਾਹ ਦਾ ਪਾਵਨ ਬਾਣੀ ਅੰਦਰ ਫਰਮਾਨ ਹੈ ਕਿ ਜਿਸ ਤਰ੍ਹਾਂ ਸਰੀਰ ਉੱਪਰ ਪਾਏ ਹੋਏ ਕੱਪੜੇ, ਜੇਕਰ ਇਹਨਾਂ ਨੂੰ ਲਹੂ ਲੱਗ ਜਾਵੇ ਉਹ ਪਲੀਤ ਹੋ ਜਾਂਦੇ ਨੇ, ਤਿਵੇਂ ਜੋ ਮਨੁੱਖਾਂ ਦੀ ਰਤ ਪੀਂਦੇ ਨੇ, ਭਾਵ ਵੱਢੀ ਲੈਂਦੇ ਆ ਨਾ, ਉਹਨਾਂ ਦਾ ਮਨ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 140 ਉੱਪਰ ਮਾਝ ਦੀ ਵਾਰ ਵਿੱਚ ਸੁਸ਼ੋਭਿਤ ਹੈ ਕਿ ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ। ਸੋ ਗੁਰਦਾਵਰ ਸਾਹਿਬ ਸੰਗਤਾਂ ਨੇ ਸਤਿਗੁਰਾਂ ਨੇ ਕਿਸੇ ਦਾ ਲਓ ਲਿਹਾਜ਼ ਨਹੀਂ ਕੀਤਾ। ਜੋ ਆਪਣੀ ਪ੍ਰਾਲਬਧ ਹੈ ਉਸ ਉੱਤੇ ਹੀ ਸ਼ੱਕ ਰਹਿਣਾ ਚਾਹੀਦਾ ਹੈ। ਆਪਣੇ ਹੱਕ ਦੀ ਹੱਦ ਤੋਂ ਉਲੰਘ ਕੇ ਜੋ ਪਰਾਏ ਹੱਕ ਨੂੰ ਹਥਿਆਉਂਦਾ ਹੈ, ਮੁਸਲਮਾਨ ਵਾਸਤੇ ਪਰਾਇਆ ਹੱਕ ਸੂਰ ਖਾਣ ਅਤੇ ਹਿੰਦੂ ਲਈ ਗਊ ਖਾਣ ਦੇ ਬਰਾਬਰ ਹੈ। ਪਰਾਇਆ ਹੱਕ ਖਾਣ ਵਾਲੇ ਦੀ ਗੁਰੂ ਪੀਰ ਕਦਾਚਿਤ ਵੀ ਹਾਮੀ ਜਾਂ ਹਮਾਇਤ ਨਹੀਂ ਭਰਦੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਮਾਝ ਦੀ ਵਾਰ ਅੰਦਰ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੱਲੀ ਭਿਸਤ ਨਾ ਜਾਈਐ ਛੂਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਬਾਬਾ ਜੀ ਦੇ ਲਓ ਲਿਹਾਜ਼ ਰਹਿਤ ਬਚਨ ਸੁਣ ਕੇ ਗਿਰਦਾਵਰ ਸਾਹਿਬ ਦਾ ਚਿਹਰਾ ਕਦੇ ਲਾਲ, ਕਦੇ ਪੀਲਾ, ਕਦੇ ਚਿੱਟਾ ਹੋ ਰਿਹਾ ਸੀ। ਉਹਨਾਂ ਨੇ ਨੀਵੀਂ ਪਾ ਕੇ ਸਾਰੇ ਬਚਨ ਸੁਣੇ ਪਰ ਉੱਤਰ ਕੋਈ ਨਾ ਦਿੱਤਾ।
ਉਧਰ ਪਟਵਾਰੀ ਹਰੀ ਸਿੰਘ ਜੀ, ਜੋ ਆਪਣੇ ਨਾਲ ਗੁਰਦਾਵਰ ਸਾਹਿਬ ਨੂੰ ਲੈ ਕੇ ਆਏ ਸੀ, ਉਹਨਾਂ ਵੀ ਬਾਬਾ ਜੀ ਨੂੰ ਕਿਹਾ ਤਾਂ ਕੁਝ ਨਾ, ਪਰ ਚਿਹਰਾ ਉਹਨਾਂ ਦਾ ਸਾਫ਼ ਦੱਸ ਰਿਹਾ ਸੀ ਕਿ ਉਹ ਮਹਿਸੂਸ ਕਰ ਰਹੇ ਸਨ ਕਿ ਬਾਬਾ ਜੀ ਨੇ ਸਾਡਾ ਅਪਮਾਨ ਕੀਤਾ ਹੈ। ਮੈਂ ਤਾਂ ਆਪਣੇ ਅਫਸਰ ਦੀ ਸਿਫਤ ਕੀਤੀ ਸੀ, ਪਰ ਉਹ ਸਿਫਤ ਸਗੋਂ ਸਾਡੇ ਦੋਨਾਂ ਦੇ ਅਪਮਾਨ ਦਾ ਕਾਰਨ ਬਣੀ। ਬਾਬਾ ਜੀ ਨੇ ਵੀ ਉਹਨਾਂ ਦੇ ਚਿਹਰੇ ਤੇ ਮਹਿਸੂਸਤਾਈ ਨੂੰ ਪੜ੍ਹ ਲਿਆ ਤੇ ਕਿਹਾ, ਪਟਵਾਰੀ ਸਾਹਿਬ, ਮੇਰਾ ਕਿਸੇ ਦੀ ਬੇਇੱਜ਼ਤੀ ਜਾਂ ਨਿਰਾਦਰ ਕਰਨ ਦਾ ਮਨ ਬਿਲਕੁਲ ਨਹੀਂ ਸੀ ਤੇ ਨਾ ਹੈ ਹੀ, ਪਰ ਮੈਂ ਸੱਚ ਕਹਿਣ ਤੋਂ ਵੀ ਰਹਿ ਨਹੀਂ ਸਕਦਾ। ਕਈ ਵਾਰ ਕੌੜੀ ਦਵਾਈ ਛੇਤੀ ਅਸਰ ਕਰ ਜਾਂਦੀ ਹੈ। ਸਤਿਗੁਰੂ ਸਾਡਾ ਸਾਰਿਆਂ ਦਾ ਭਲਾ ਕਰਨ ਤੇ ਸੱਤ ਮਾਰਗ ਤੇ ਚੱਲਣ ਦੀ ਸੁਮਤ ਬਖਸ਼ਣ। ਥੋੜਾ ਸਮਾਂ ਗੁਰਦਾਵਰ ਸਾਹਿਬ ਤੇ ਪਟਵਾਰੀ ਹਰੀ ਸਿੰਘ ਹੋਰੀ ਬੈਠੇ ਰਹੇ। ਉਪਰੰਤ ਮੁਰਝਾਏ ਚਿਹਰੇ ਨਾਲ ਬਾਬਾ ਜੀ ਨੂੰ ਗੁਰਫ ਤੇ ਬੁਲਾਈ ਤੇ ਵਾਪਸ ਚਲੇ ਗਏ। ਅੱਗੇ ਪਟਵਾਰੀ ਹੋਰਾਂ ਅਸਮਾਨ ਸ਼ਹੀਦ ਤੋਂ ਘੱਟੋ ਘੱਟ 2 ਵਾਰੀ ਹਫ਼ਤੇ ਵਿੱਚ ਸਾਈਕਲ ਤੇ ਆਪਣੇ ਪਿੰਡ ਸਤੌਰ ਨੂੰ ਜਾਇਆ ਕਰਦੇ ਸਨ ਤੇ ਰਸਤੇ ਵਿੱਚ ਬਾਬਾ ਜੀ ਪਾਸ ਕੁਝ ਸਮਾਂ ਦਰਸ਼ਨ ਕਰਕੇ ਤੇ ਆਰਾਮ ਕਰਕੇ ਫੇਰ ਅੱਗੇ ਜਾਇਆ ਕਰਦੇ ਸਨ। ਪਰ ਇਸ ਹਫ਼ਤੇ ਉਹ ਬਾਬਾ ਜੀ ਪਾਸ ਨਾ ਆਏ ਤੇ ਸਿੱਧੇ ਹੀ ਆਪਣੇ ਪਿੰਡ ਨੂੰ ਚਲੇ ਗਏ। ਇੱਕ ਦਿਨ ਸ਼ਾਮ ਨੂੰ ਬਾਬਾ ਜੀ ਨੇ ਸੁਤੇ ਸਿੱਧ ਗੱਲ ਕੀਤੀ ਕਿ ਸੇਵਾ ਸਿੰਘ, ਪਟਵਾਰੀ ਹਰੀ ਸਿੰਘ ਹੋਰੀ ਅੱਗੇ ਹਫ਼ਤੇ ਵਿੱਚ 2 ਵਾਰੀ ਮਿਲ ਕੇ ਜਾਂਦੇ ਸਨ, ਪਰ ਐਤਕੀ ਆਏ ਨਹੀਂ। ਇੰਜ ਲੱਗਦਾ ਹੈ ਕਿ ਉਹਨਾਂ ਨੇ ਮੇਰੀ ਕਹੀ ਗੱਲ ਦਾ ਬੁਰਾ ਮਨਾਇਆ ਹੈ। ਮੈਂ ਤਾਂ ਜੋ ਗੁਰੂ ਮਹਾਰਾਜ ਜੀ ਨੇ ਸੁਤੇ ਸਿੱਧ ਪ੍ਰੇਰਨਾ ਦਿੱਤੀ ਕਹਿ ਦਿੱਤਾ, ਜਾਣ ਕੇ ਕਿਸੇ ਦਾ ਮਨ ਦਿਖਾਉਣ ਦੀ ਖਾਤਰ ਨਹੀਂ ਕਿਹਾ। ਕਈ ਗੱਲ ਦੀ ਵਿਚਾਰ ਕਰ ਲੈਂਦੇ ਤਾਂ ਲਾਹਾ ਖੱਟ ਜਾਣਾ ਸੀ। ਸਮਾਂ ਤੁਰਦਾ ਗਿਆ। ਤੀਸਰੇ ਐਤਵਾਰ ਪਟਵਾਰੀ ਹਰੀ ਸਿੰਘ ਤੇ ਗੁਰਦਾਵਰ ਵਰਿਆਮ ਸਿੰਘ ਇਕੱਠੇ ਹੀ ਸਾਈਕਲਾਂ ਤੇ ਦੁਪਹਿਰ ਨੂੰ ਬਾਬਾ ਜੀ ਪਾਸ ਰਾਮਪੁਰ ਖੇੜੇ ਆ ਗਏ। ਗੁਰੂ ਫਤਿਹ ਦੀ ਸਾਂਝ ਕਰਨ ਉਪਰੰਤ ਪਟਵਾਰੀ ਹਰੀ ਸਿੰਘ ਹੋਰਾਂ ਨੇ ਬੜੀ ਆਜ਼ਜ਼ੀ ਨਾਲ ਬੇਨਤੀ ਕੀਤੀ ਕਿ ਬਾਬਾ ਜੀ, ਗੁਰਦਾਵਰ ਸਾਹਿਬ ਤੁਹਾਡੇ ਨਾਲ ਕੁਝ ਬਚਨ ਸਾਂਝੇ ਕਰਨੇ ਚਾਹੁੰਦੇ ਨੇ। ਬਾਬਾ ਜੀ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ, ਗੁਰਦਾਵਰ ਸਾਹਿਬ, ਜੋ ਵੀ ਬਚਨ ਕਰਨਾ ਚਾਹੁੰਦੇ ਹੋ ਨਿਸੰਗ ਹੋ ਕੇ ਕਰੋ, ਝਿਜਕਣ ਦੀ ਕੋਈ ਲੋੜ ਨਹੀਂ। ਗੁਰਦਾਵਰ ਵਰਿਆਮ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ, ਬਾਬਾ ਜੀ, ਅਸੀਂ ਤੁਹਾਡੇ ਪਾਸ 3 ਕੁ ਹਫ਼ਤੇ ਪਹਿਲਾਂ ਆਏ ਸਾਂ ਤੇ ਆਪ ਜੀ ਨੇ ਬਚਨ ਕਿਹਾ ਸੀ ਕਿ ਚਾਹ ਪੀ ਲਿਆ ਕਰੋ ਪਰ ਲਹੂ ਨਾ ਪੀਆ ਕਰੋ। ਆਪ ਜੀ ਦੇ ਬਚਨ ਮੇਰੇ ਕੰਨਾਂ ਵਿੱਚ ਦਿਨ ਰਾਤ ਗੂੰਜਦੇ ਰਹਿੰਦੇ ਨੇ। ਸੌਣ ਲੱਗਿਆਂ ਵੀ, ਪ੍ਰਸ਼ਾਦਾ ਛਕਣ ਲੱਗਿਆਂ ਵੀ, ਜਦੋਂ ਮੈਂ ਕੰਮ ਤੇ ਜਾਂਦਾ ਹਾਂ ਤਦੋਂ ਵੀ ਇਹ ਬੋਲ ਕਿ ਚਾਹ ਪੀ ਲਿਆ ਕਰੋ ਪਰ ਲਹੂ ਨਾ ਪੀਆ ਕਰੋ ਕੰਨਾਂ ਵਿੱਚ ਗੂੰਜਦੇ ਹੀ ਰਹਿੰਦੇ ਨੇ। ਕਈ ਵਾਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਕਿਰਪਾ ਕਰੋ, ਮੈਂ ਬਹੁਤ ਪਰੇਸ਼ਾਨ ਹਾਂ। ਬਾਬਾ ਜੀ ਨੇ ਗੁਰਦਾਵਰ ਸਾਹਿਬ ਦੇ ਮੋਢੇ ਤੇ ਹੱਥ ਰੱਖ ਕੇ ਪਿੱਠ ਤੇ ਪਿਆਰ ਪਲੋਸ ਕੇ ਦਿੱਤਾ ਤੇ ਕਿਹਾ, ਵਰਿਆਮ ਸਿੰਘ, ਤੁਹਾਡੇ ਕੋਈ ਪੂਰਬਲੇ ਚੰਗੇ ਕਰਮਾਂ ਨੂੰ ਫਲ ਲੱਗਾ ਹੈ, ਜਿਸ ਦੀ ਬਦੌਲਤ ਇਹ ਸ਼ਬਦ ਤੁਹਾਡੇ ਹਿਰਦੇ ਵਿੱਚ ਘਰ ਕਰ ਗਏ ਨੇ। ਇਹ ਬੋਲ ਤੁਹਾਡਾ ਜੀਵਨ ਬਦਲ ਦੇਣਗੇ। ਤੁਸੀਂ ਸਤ ਸੰਗਤ ਕਰਿਆ ਕਰੋ। ਬਾਬਾ ਜੀ ਨੇ ਆਪਣੇ ਪਾਸੋਂ ਨਿਤਨੇਮ ਦਾ ਗੁਟਕਾ ਦਿੱਤਾ ਤੇ ਕਿਹਾ ਕਿ ਜੇ ਪੂਰਾ ਨਿਤਨੇਮ ਕਰ ਸਕੋ ਤਾਂ ਬਹੁਤ ਚੰਗਾ, ਜੇ ਨਹੀਂ ਤਾਂ ਘੱਟੋ ਘੱਟ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾ ਸਾਹਿਬ ਤੇ ਸੌਣ ਤੋਂ ਪਹਿਲਾਂ ਸੋਹਲੇ ਦਾ ਪਾਠ ਜ਼ਰੂਰ ਕਰ ਲਿਆ ਕਰੋ। ਪਹਿਲਾਂ ਤੁਹਾਨੂੰ ਔਖ ਲੱਗੇਗੀ, ਫਿਰ ਇਹ ਪਾਠ ਤੁਹਾਡਾ ਜੀਵਨ ਆਧਾਰ ਬਣ ਜਾਵੇਗਾ। ਜਿਉਂ-ਜਿਉਂ ਤੁਸੀਂ ਪਿਆਰ ਨਾਲ ਬਾਣੀ ਪੜ੍ਹੋਗੇ, ਪੂਰਾ ਨਿਤਨੇਮ ਕਰਨ ਲੱਗ ਜਾਵੋਗੇ, ਸਭ ਠੀਕ ਹੋ ਜਾਵੇਗਾ। ਤੇ ਪਟਵਾਰੀ ਹਰੀ ਸਿੰਘ ਹੋਰਾਂ ਦੀ ਬਾਬਾ ਜੀ ਨੇ ਜ਼ਿੰਮੇਵਾਰੀ ਲਾ ਦਿੱਤੀ ਕਿ ਤੁਸੀਂ ਜਦੋਂ ਸਮਾਂ ਮਿਲੇ ਇਹਨਾਂ ਨੂੰ ਨਿਤਨੇਮ ਦੀ ਸੰਥਿਆ ਜ਼ਰੂਰ ਕਰਵਾ ਦਿਆ ਕਰੋ। ਬਾਬਾ ਜੀ ਵੱਲੋਂ ਪਿਆਰ ਪ੍ਰੇਮ ਦਾ ਵਰਤਾਓ, ਸੁਖਾਵਾਂ ਮਾਹੌਲ ਤੇ ਇਕਾਂਤ ਵੇਖ ਕੇ ਵਰਿਆਮ ਸਿੰਘ ਹੋਰਾਂ ਨੇ ਬਾਬਾ ਜੀ ਨੂੰ ਆਪਣੀ ਮਜਬੂਰੀ ਇੱਕ ਸਵਾਲ ਦੇ ਰੂਪ ਵਿੱਚ ਪੁੱਛਣ ਦਾ ਹੌਸਲਾ ਕੀਤਾ। ਵਰਿਆਮ ਸਿੰਘ ਕਹਿਣ ਲੱਗੇ, ਬਾਬਾ ਜੀ, ਆਪ ਜੀ ਨੇ ਜੋ ਬਚਨ ਕਹੇ ਸਨ ਕਿ ਚਾਹ ਪੀ ਲਿਆ ਕਰੋ ਪਰ ਲਹੂ ਨਾ ਪੀਆ ਕਰੋ, ਅਸੀਂ ਤਾਂ ਲਹੂ ਪੀਣਾ ਛੱਡ ਦਿਆਂਗੇ, ਪਰ ਸਾਥੋਂ ਉੱਪਰਲੇ ਅਫਸਰ ਸਾਡਾ ਲਹੂ ਪੀਣੋਂ ਨਹੀਂ ਹਟਦੇ। ਅਸੀਂ ਜਨਤਾ ਦਾ ਲਹੂ ਇਕੱਠਾ ਕਰਕੇ ਅਫਸਰਾਂ ਨੂੰ ਪਿਲਾ ਦਿੰਦੇ ਹਾਂ। ਸਾਡੇ ਹਿੱਸੇ ਤਾਂ ਉਹਨਾਂ ਤੋਂ ਬਚਿਆ ਤੁਪਕਾ ਹੀ ਪੈਂਦਾ। ਵਰਿਆਮ ਸਿੰਘ ਹੋਰਾਂ ਦੀ ਸਿੱਧੀ ਪੱਧਰੀ ਗੱਲ ਸੁਣ ਕੇ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ, ਗੁਰਦਾਵਰ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ। ਜੋ ਵਰਤਾਰਾ ਹੁਣ ਵਰਤ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਵੀ ਇਸ ਤੋਂ ਜ਼ਿਆਦਾ ਗਿਰਾਵਟ ਆਈ ਹੋਈ ਸੀ, ਜਿਸ ਦਾ ਜ਼ਿਕਰ ਸਤਿਗੁਰੂ ਜੀ ਨੇ ਮਲਹਾਰ ਦੀ ਵਾਰ ਅੰਦਰ ਇਹਨਾਂ ਸ਼ਬਦਾਂ ਦੁਆਰਾ ਕੀਤਾ ਹੈ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ,
ਰਤ ਪਿਤ ਕੁੱਤਿਓ ਝਟ ਜਾਓ। ਭਾਵ ਕਿ ਕਲਯੁਗ ਦੇ ਵਿੱਚ ਰਾਜਿਆਂ ਨੇ ਪਰਜਾ ਦੀ ਰਖਵਾਲੀ ਤਾਂ ਕੀ ਕਰਨੀ ਹੈ, ਸਗੋਂ ਸ਼ੇਰਾਂ ਦਾ ਰੂਪ ਧਾਰ ਕੇ ਆਪਣੀ ਹੀ ਪਰਜਾ ਨੂੰ ਖਾਈ ਜਾ ਰਹੇ ਨੇ। ਅੱਗੋਂ ਉਹਨਾਂ ਦੇ ਅਹਿਲਕਾਰਾਂ ਨੇ ਕੁੱਤਿਆਂ ਦਾ ਸੁਭਾਅ ਧਾਰਨ ਕੀਤਾ ਹੋਇਆ ਹੈ, ਜੋ ਆਰਾਮ ਨਾਲ ਵਸਦੀ ਪਰਜਾ ਨੂੰ ਵੇਲੇ ਕਵੇਲੇ ਜਾ ਕੇ ਪਰੇਸ਼ਾਨ ਕਰਦੇ ਨੇ। ਫਿਰ ਗਾਂ ਉਹਨਾਂ ਤੋਂ ਛੋਟੇ ਨੌਕਰ ਪਰਜਾ ਨੂੰ ਨੌਂਦਰਾ ਮਾਰ ਮਾਰ ਕੇ ਫੱਟੜ ਕਰਦੇ ਨੇ, ਭਾਵ ਦੁੱਖ ਦਿੰਦੇ ਨੇ। ਇਸ ਤਰ੍ਹਾਂ ਰਾਜੇ ਤੋਂ ਲੈ ਕੇ ਅਹਿਲਕਾਰ, ਅਹਿਲਕਾਰਾਂ ਤੋਂ ਲੈ ਕੇ ਨੌਕਰਾਂ ਤੱਕ ਸਾਰੇ ਹੀ ਪਰਜਾ ਦਾ ਲਹੂ ਪੀਂਦੇ ਤੇ ਪਿੱਤਾ ਵੀ ਚੱਟ ਜਾਂਦੇ ਨੇ। ਵਰਿਆਮ ਸਿੰਘ ਜੀ, ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਬਹੁਤਾਤ ਵਿੱਚ ਹਰ ਮਨੁੱਖ ਜਾਇਜ਼ ਨਜਾਇਜ਼ ਤਰੀਕੇ ਨਾਲ ਮਾਇਆ ਇਕੱਠੀ ਕਰਨ ਦੇ ਆਰ ਵਿੱਚ ਲੱਗਾ ਹੋਇਆ ਹੈ। ਸੰਸਾਰ 4 ਦਿਨ ਦੀ ਖੇਡ ਹੈ। ਸਾਰੀ ਨਜਾਇਜ਼ ਤਰੀਕੇ ਨਾਲ ਇਕੱਤਰ ਕੀਤੀ ਮਾਇਆ ਇਸ ਸੰਸਾਰ ਵਿੱਚ ਵੀ ਵਿਕਾਰਾਂ ਨੂੰ ਜਨਮ ਦਿੰਦੀ ਹੈ, ਤੇ ਜਦੋਂ ਇਸ ਸੰਸਾਰ ਤੋਂ ਮਨੁੱਖੀ ਆਤਮਾ ਅਗਲੇ ਪੰਧ ਲਈ ਟੁਰਦੀ ਹੈ ਤਾਂ ਸੰਗ੍ਰਹਿ ਕੀਤੀ ਮਾਇਆ ਭੋਰਾ ਜਿੰਨੀ ਵੀ ਆਤਮਾ ਦਾ ਸਾਥ ਨਹੀਂ ਨਿਭਾਉਂਦੀ। ਜੀਵ ਆਤਮਾ ਨੂੰ ਇਕੱਲੇ ਹੀ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਭਗਤ ਕਬੀਰ ਜੀ ਦਾ ਇਸ ਅਸਲੀਅਤ ਨੂੰ ਦਰਸਾਉਂਦਾ ਸੋਰਠ ਰਾਗ ਅੰਦਰ ਬਚਨ ਦਰਜ ਹੈ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਜੀਵ ਆਤਮਾ ਨੂੰ ਲਹੂ ਪੀਣੇ ਦਾ ਹਿਸਾਬ ਕਿਤਾਬ ਚੁਕਾਉਣ ਲਈ ਅਨੇਕਾਂ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਨੇ। ਅਗਲੇਰੇ ਜਨਮ ਵਿੱਚ ਜਿਨ੍ਹਾਂ ਦਾ ਅਸੀਂ ਲਹੂ ਪੀਤਾ ਹੁੰਦਾ ਹੈ, ਫਿਰ ਉਹ ਸਾਡਾ ਲਹੂ ਪੀਣ ਦਾ ਸਬੱਬ ਬਣਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਰਾਮਕਲੀ ਦੀ ਵਾਰ ਅੰਦਰ ਸਾਨੂੰ ਸੁਚੇਤ ਕਰਨ ਵਾਲਾ ਬਹੁਤ ਪਿਆਰਾ ਬਚਨ ਹੈ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ, ਤਲਬਾਂ ਪਹੁੰਚਣ ਆਕੀਆਂ, ਬਾਕੀ ਜਿਨ੍ਹਾਂ ਰਹੀ, ਅਜ਼ਰਾਈਲ ਫਰੇਸ਼ਤਾ, ਹੋਸੀ ਆਏ ਤਈ, ਆਵਣ ਜਾਣ ਨ ਸੁਝਈ, ਭੀੜੀ ਗਲੀ ਫਹੀ, ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ। ਭਾਵ ਕਿ ਸਤਿਗੁਰਾਂ ਨੇ ਸਾਨੂੰ ਸੁਚੇਤ ਕਰਦਿਆਂ ਫਰਮਾਨ ਕੀਤਾ ਹੈ ਕਿ ਹੇ ਮੇਰੇ ਮਨ, ਤੂੰ ਧਿਆਨ ਦੇ ਕੇ ਯਥਾਰਥ ਦੀ ਸੱਚੀ ਸਿੱਖਿਆ ਨੂੰ ਸਰਵਣ ਕਰ। ਤੇਰੇ ਕੀਤੇ ਹੋਏ ਮਾੜੇ ਚੰਗੇ ਕਰਮਾਂ ਦਾ ਹਿਸਾਬ ਹੇ ਜੀਵਾਤਮਾ ਪ੍ਰਮਾਤਮਾ ਅਵਸ਼ ਲਵੇਗਾ। ਮੰਦਕਰਮੀ ਜੀਵਾਂ ਜਿਨ੍ਹਾਂ ਵੱਲ ਕਰਮਾਂ ਦਾ ਬਕਾਇਆ ਰਹਿੰਦਾ ਹੋਵੇਗਾ, ਉਹਨਾਂ ਨੂੰ ਸਜ਼ਾ ਭੁਗਤਾਉਣ ਲਈ ਪ੍ਰਭੂ ਦਰਗਾਹ ਵਿੱਚ ਉਹਨਾਂ ਨੂੰ ਆਵਾਜ਼ਾਂ ਪੈਣਗੀਆਂ। ਮੌਤ ਦਾ ਫਰਿਸ਼ਤਾ ਅਜ਼ਰਾਈਲ ਉਹਨਾਂ ਨੂੰ ਸਜ਼ਾ ਭੁਗਤਾਉਣ ਲਈ ਆ ਖੜੋਵੇਗਾ। ਜੀਵ ਆਤਮਾ ਨੂੰ ਅਤ ਤੰਗ ਗਲੀਆਂ ਵਿੱਚ ਸਜ਼ਾ ਹਿਤ ਫਸਾਇਆ ਜਾਵੇਗਾ, ਜਿੱਥੋਂ ਨਿਕਲਣ ਦਾ ਕੋਈ ਰਸਤਾ ਜੀਵ ਆਤਮਾ ਨੂੰ ਨਹੀਂ ਸੁੱਝੇਗਾ। ਆਖਰ ਸਤਿਗੁਰੂ ਜੀ ਨਿਰਣਾ ਕਰਦੇ ਫਰਮਾਉਂਦੇ ਨੇ ਕਿ ਕੂੜ ਦਾ ਅੰਤ ਅਵਸ਼ ਹੋਵੇਗਾ, ਸੱਚ ਦੀ ਆਖਰ ਨੂੰ ਜਿੱਤ ਤੇ ਜੈ ਜੈਕਾਰ ਹੋਵੇਗੀ। ਸੋ ਇਸ ਕਰਕੇ ਗੁਰਦਾਵਰ ਸਾਹਿਬ ਅਖੀਰ ਸੱਚ ਨੇ ਹੀ ਸਾਥ ਦੇਣਾ ਹੈ, ਬਾਬਾ ਜੀ ਨੇ ਬਚਨ ਕੀਤਾ। ਸੰਸਾਰ ਵਿੱਚ ਵਿਚਰਦਿਆਂ ਸੱਤ ਧਰਮ ਦੇ ਮਾਰਗ ਉੱਪਰ ਚੱਲਣ ਲਈ ਔਖਿਆਈ ਤਾਂ ਜ਼ਰੂਰ ਆਉਂਦੀ ਹੈ, ਪਰ ਜੇ ਮਨੁੱਖ ਸੱਚ ਮਾਰਗ ਤੇ ਚੱਲਣ ਲਈ ਮਨ ਵਿੱਚ ਪਰਪੱਕਤਾ ਬਣਾ ਲਵੇ ਤੇ ਮਨ ਨੂੰ ਔਖ ਸੌਖ ਸਹਾਰਨ ਲਈ ਤਿਆਰ ਕਰ ਲਵੇ, ਫਿਰ ਪ੍ਰਮਾਤਮਾ ਦੀ ਸ਼ਕਤੀ ਸੱਤ ਮਾਰਗ ਦੇ ਪਾਂਧੀ ਦੀ ਅਵਸ਼ ਸਹਾਇਤਾ ਕਰਦੀ ਹੈ। ਲੋਕਾਂ ਵਿੱਚ ਵੀ ਸਮਾਂ ਪਾ ਕੇ ਉਸ ਦੀ ਇਮਾਨਦਾਰੀ ਪ੍ਰਤੀ ਚਰਚਾ ਚੱਲ ਪੈਂਦੀ ਹੈ ਤੇ ਉਸ ਇਮਾਨਦਾਰ ਕਰਿੰਦੇ ਦੀ ਸੋ ਅਫਸਰਾਂ ਦੇ ਕੰਨਾਂ ਤੱਕ ਵੀ ਜਾ ਪੁੱਜਦੀ ਹੈ, ਜਿਸ ਕਰਕੇ ਅਫਸਰ ਵੀ ਇਮਾਨਦਾਰ ਕਰਿੰਦੇ ਨੂੰ ਲੋਕਾਂ ਦਾ ਲਹੂ ਪੀਣ ਲਈ ਮਜਬੂਰ ਕਰਨੋਂ ਹਟ ਜਾਂਦੇ ਨੇ। ਵਰਿਆਮ ਸਿੰਘ ਜੀ, ਜੀਵਨ ਜਿਉਣ ਦੇ ਦੋ ਰਸਤੇ ਨੇ। ਇੱਕ ਰਸਤਾ ਹੈ ਮਨ ਦਾ, ਜੋ ਮਨ ਕਰਨਾ ਚਾਹੁੰਦਾ ਹੈ ਮਨ ਦੇ ਪਿੱਛੇ ਲੱਗ ਕੇ ਤੁਰੀ ਚੱਲੋ, ਪਰ ਯਾਦ ਰੱਖਣਾ ਮਨ ਉੱਪਰ ਮਾਇਆ ਦਾ ਪ੍ਰਭਾਵ ਹਾਵੀ ਹੈ। ਮਾਇਆ ਦੇ ਪ੍ਰਭਾਵ ਕਾਰਨ ਮਨ ਦੀ ਸੋਚਣੀ ਠੀਕ ਨਹੀਂ। ਮਨ ਸਭ ਕੁਝ ਜਾਣਦਾ ਬੁੱਝਦਾ ਸਮਝਦਾ ਹੋਇਆ ਮਾਇਆ ਦੇ ਪ੍ਰਭਾਵ ਅਧੀਨ ਹਾਥ ਦੀਪ ਕੂਏ ਪਰੇ ਦੀ ਕਾਰ ਕਰਵਾ ਦਿੰਦਾ ਹੈ। ਖੂਹ ਵਿੱਚ ਡਿੱਗੇ ਬੰਦੇ ਨੂੰ ਖੁਸ਼ੀ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ। ਭਗਤ ਕਬੀਰ ਜੀ ਦਾ ਸ਼ਲੋਕਾਂ ਦੀ ਬਾਣੀ ਅੰਦਰ ਪਾਵਨ ਫਰਮਾਨ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 376 ਉੱਪਰ ਦਰਜ ਹੈ ਕਿ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਯਾਦ ਰੱਖੋ, ਹਾਥ ਦੀਪ ਕੂਏ ਪਰੇ ਦੀ ਕਾਰ ਕਰਨ ਵਾਲਾ ਮਨੁੱਖ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਇਸ ਸੰਸਾਰ ਤੋਂ ਪਛਤਾਉਂਦਾ ਹੀ ਤੁਰ ਜਾਂਦਾ ਹੈ।
ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਿ ਵੇਖੋ, ਰਾਵਣ ਨਾਲੋਂ ਵੱਧ ਮਾਇਆ ਤਾਂ ਸ਼ਾਇਦ ਕਿਸੇ ਪਾਸ ਨਾ ਹੋਵੇ। ਸਾਰੀ ਲੰਕਾ ਹੀ ਸੋਨੇ ਦੀ ਸੀ। ਸਾਰੀ ਉਮਰ ਉਹ ਧਾਨੀ ਇਕੱਠਾ ਕਰਦਾ ਰਿਹਾ। ਅਖੀਰ ਮਨ ਦੇ ਪਿੱਛੇ ਲੱਗ ਕੇ ਰਾਵਣ ਨੇ ਸਾਧੂ ਦਾ ਭੇਖ ਬਣਾ ਕੇ ਸੀਤਾ ਨੂੰ ਹਰਨ ਦਾ ਦਗਾ ਕੀਤਾ। ਅੱਜ ਤੱਕ ਲੋਕ ਉਸ ਨੂੰ ਮੂਰਖ ਰਾਵਣ ਦੇ ਨਾਮ ਨਾਲ ਚਿਤਾਰਦੇ ਹਨ। ਸਾਰਾ ਸੋਨਾ ਧਨ ਪਦਾਰਥ ਇੱਥੇ ਹੀ ਛੱਡ ਗਿਆ। ਇੱਕ ਸੂਈ ਜਿੰਨਾ ਪਦਾਰਥ ਵੀ ਨਾਲ ਨਹੀਂ ਗਿਆ। ਨਾ ਹੀ ਮਾਇਆ ਨੇ ਰਾਵਣ ਦੇ ਕਲੰਕ ਨੂੰ ਧੋਤਾ। ਉਹ ਕਲੰਕ ਜਦ ਤੱਕ ਸੰਸਾਰ ਰਹਿਣਾ ਹੈ ਤਦ ਤੱਕ ਰਾਵਣ ਦੇ ਉੱਤੇ ਲੱਗਾ ਹੀ ਰਹਿਣਾ ਹੈ। ਰਾਵਣ ਦੇ ਨਾਮ ਨਾਲ ਕਪਾਲੀ ਬਣ ਕੇ ਚੰਬੜਿਆ ਹੀ ਰਹਿਣਾ ਹੈ। ਭਗਤ ਕਬੀਰ ਜੀ ਦਾ ਭੈਰੋ ਰਾਗ ਅੰਦਰ ਪਾਵਨ ਬਚਨ ਹੈ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋਏ ਹੱਥ ਝਾਰ। ਭਗਤ ਜੀ ਫਰਮਾਉਂਦੇ ਹਨ ਕਿ ਜੇ ਜੀਵਨ ਦੀ ਬਾਜੀ ਜਿੱਤਣੀ ਹੈ ਤਾਂ ਲੋਕਾਂ ਦਾ ਲਹੂ ਪੀਣ ਦੀ ਥਾਂ ਕੁਝ ਪਰਉਪਕਾਰ ਦੇ ਕਾਰਜ ਕਰ, ਕੁਝ ਚੰਗੇ ਗੁਣਾਂ ਦਾ ਧਾਰਨੀ ਬਣ। ਸੱਚ, ਧਰਮ ਤੇ ਪਰਉਪਕਾਰ ਦੇ ਮਾਰਗ ਤੇ ਨਾ ਚੱਲੇਗਾ ਤਾਂ ਹਾਰੇ ਹੋਏ ਜੁਆਰੀਏ ਵਾਂਗ ਇਸ ਸੰਸਾਰ ਵਿੱਚੋਂ ਖਾਲੀ ਹੱਥ ਪਛਤਾਉਂਦਾ ਤੁਰ ਜਾਵੇਂਗਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਿਆਰਾ ਬਚਨ ਸੋਰਠ ਰਾਗ ਅੰਦਰ ਅੰਕਿਤ ਹੈ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣਾ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਜੇ ਜੀਵਨ ਦੀ ਬਾਜੀ ਜਿੱਤਣੀ ਹੈ, ਜੇ ਗੁਰੂ ਦੇ ਸਿੱਖ ਬਣਨਾ ਹੈ, ਜੇ ਗੁਰਾਂ ਦੇ ਸਕੇ ਭਰਾ ਬਣ ਕੇ ਗੁਰੂ ਨਾਲ ਸੱਚਾ ਰਿਸ਼ਤਾ ਨਾਤਾ ਬਣਾਉਣਾ ਹੈ, ਫਿਰ ਤਾਂ ਗੁਰੂ ਹੁਕਮ ਵਿੱਚ ਚੱਲਣ ਦੀ ਕੁਰਬਾਨੀ ਕਰਨੀ ਪੈਣੀ ਹੈ। ਜੇ ਗੁਰੂ ਤੋਂ ਵਿਛੜ ਕੇ ਦੁੱਖਾਂ ਦੀਆਂ ਚੋਟਾਂ ਸਹਾਰਨੀਆਂ ਹਨ ਤੇ ਦੁੱਖਾਂ ਭਰਿਆ ਜੀਵਨ ਬਤੀਤ ਕਰਨਾ ਹੈ ਤਾਂ ਫਿਰ ਜੋ ਮਨ ਭਾਉਂਦਾ ਕਰੀ ਚੱਲੋ। ਪਰ ਯਾਦ ਰੱਖਿਓ, ਮਨ ਦੇ ਨਿਰਧਾਰਤ ਰਸਤੇ ਉੱਪਰ ਚੱਲਣ ਨਾਲ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਪਛਤਾਵੇ ਦਾ ਸੱਲ ਤਾਂ ਜ਼ਰੂਰ ਪੱਲੇ ਪਵੇਗਾ। ਬਾਬਾ ਜੀ ਨੇ ਬਚਨ ਕੀਤਾ ਕਿ ਗਿਰਦਾਵਰ ਸਾਹਿਬ, ਸ਼ਾਇਦ ਸੰਸਾਰ ਵਿੱਚ ਕੋਈ ਮਨੁੱਖ ਵੀ ਦੁੱਖਾਂ ਭਰਿਆ ਤੇ ਪਛਤਾਵੇ ਵਾਲਾ ਜੀਵਨ ਜਿਉਣ ਲਈ ਤਿਆਰ ਨਹੀਂ ਹੁੰਦਾ ਹੋਵੇਗਾ। ਹਰ ਮਨੁੱਖ ਸੁੱਖ ਦੀ ਲਾਲਸਾ ਰੱਖ ਕੇ ਜੀਵਨ ਜਿਉਂਦਾ ਹੈ ਤੇ ਸੁੱਖ ਦੀ ਪ੍ਰਾਪਤੀ ਲਈ ਦਿਨ ਰਾਤ ਯਤਨ ਕਰਦਾ ਹੈ। ਸੁੱਖ ਪ੍ਰਾਪਤ ਕਰਨ ਤੇ ਜੀਵਨ ਦੀ ਬਾਜ਼ੀ ਜਿੱਤਣ ਲਈ ਗੁਰੂ ਦਰਸਾਏ ਅਸੂਲਾਂ ਤੇ ਚੱਲਣਾ ਹੀ ਪੈਣਾ ਹੈ। ਵਰਿਆਮ ਸਿੰਘ ਜੀ, ਜੇ ਅਫਸਰਾਂ ਦਾ ਢਿੱਡ ਨਾ ਭਰਿਆ ਤਾਂ ਵੱਧ ਤੋਂ ਵੱਧ ਉਹ ਤੁਹਾਡੀ ਬਦਲੀ ਕਰ ਦੇਣਗੇ ਨਾ। ਨੌਕਰੀ ਜਾਂ ਤੁਹਾਡੀ ਪ੍ਰਾਲਬਧ ਤਾਂ ਖੁਣ ਹੋ ਰਹੇ। ਜਿੱਥੇ ਬਦਲੀ ਹੋ ਗਈ, ਗੁਰੂ ਹੁਕਮ ਵਿੱਚ ਆਪਣੀ ਮਰਜ਼ੀ ਰਲਾ ਕੇ ਉਸ ਜਗ੍ਹਾ ਆਪਣੀ ਕਿਰਤ ਦੀ ਚੋਗ ਚੁਗਣ ਦਾ ਮਨ ਬਣਾ ਲਓ। ਜੇ ਤੁਸੀਂ ਮਨ ਵਿੱਚ ਅਸੂਲ ਪ੍ਰਸਤੀ ਦੀ ਦ੍ਰਿੜਤਾ ਬਣਾ ਲਈ ਤਾਂ ਗੁਰੂ ਪਾਤਸ਼ਾਹ ਹਰ ਜਗ੍ਹਾ ਜ਼ਰੂਰ ਸਹਾਇਤਾ ਕਰਨਗੇ। ਕਈ ਵਾਰੀ ਇੱਕ ਦੇ ਪਿੱਛੇ ਅਨੇਕਾਂ ਦਾ ਭਲਾ ਛੁਪਿਆ ਹੁੰਦਾ ਹੈ, ਜਿਸ ਦਾ ਕਿ ਸਾਨੂੰ ਪਤਾ ਨਹੀਂ ਹੁੰਦਾ। ਜੇ ਲੋਕ ਪਰਲੋਕ ਸੰਵਾਰਨੇ ਨੇ ਤਦ ਤਕੜੇ ਹੋ ਕੇ ਲੋਕਾਂ ਦਾ ਲਹੂ ਪੀਣਾ ਛੱਡੋ ਤੇ ਗੁਰੂ ਕੀ ਬਾਣੀ ਦਾ ਅੰਮ੍ਰਿਤ ਆਪ ਪੀਵੋ ਤੇ ਗੁਰੂ ਦੀ ਸਿੱਖਿਆ ਲੋਕਾਂ ਨੂੰ ਵੰਡੋ। ਫਿਰ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲੇ ਹੋਣਗੇ। ਸਤਿਗੁਰੂ ਤਾਂ ਚਾਹੁੰਦੇ ਨੇ ਕਿ ਚੰਗੇ ਬੰਦੇ ਦੀ ਥਾਂ ਥਾਂ ਵਿਚਰ ਕੇ ਆਪਣੇ ਜੀਵਨ ਦੀ ਸੁਗੰਧੀ ਲੋਕਾਂ ਨੂੰ ਵੰਡਣ ਤੇ ਚੰਗਿਆਈ ਦਾ ਪ੍ਰਚਾਰ ਕਰਨ। ਆਪ ਦੁਬਦਾ ਦਾ ਤਿਆਗ ਕਰੋ। ਸਾਲ 6 ਮਹੀਨੇ ਇਹ ਤਜਰਬਾ ਕਰਕੇ ਵੇਖੋ, ਤੁਹਾਨੂੰ ਆਪੇ ਹੀ ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ ਦੀ ਸਚਾਈ ਸਾਮਰ ਤੱਕ ਹੋ ਜਾਵੇਗੀ। ਇਸੇ ਵਾਰਤਾਲਾਪ ਦੌਰਾਨ ਬਾਬਾ ਜੀ ਨੇ ਜਨਮ ਸਾਖੀ ਵਿੱਚੋਂ ਇੱਕ ਸਾਖੀ ਵੀ ਅਸਾਂ ਤਿੰਨਾਂ ਨੂੰ ਸੁਣਾਈ। ਭਾਵ ਕਿ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ, ਜੋ ਉਸ ਵੇਲੇ ਬਾਬਾ ਜੀ ਦੀ ਸੰਗਤ ਵਿੱਚ ਹਾਜ਼ਰ ਸਨ, ਪਟਵਾਰੀ ਹਰੀ ਸਿੰਘ ਤੇ ਵਰਿਆਮ ਸਿੰਘ ਹੋਰੀ, ਤਿੰਨਾਂ ਨੂੰ ਬਾਬਾ ਜੀ ਨੇ ਜਨਮ ਸਾਖੀ ਦੀ ਇਹ ਸਾਖੀ ਸੁਣਾਉਣਾ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਰਦਾਨੇ ਸਮੇਤ ਜਗਤ ਜਲੰਦੇ ਨੂੰ ਤਾਰਦੇ ਇੱਕ ਨਗਰ ਵਿੱਚ ਪੁੱਜੇ। ਨਗਰ ਦੇ ਕਿਸੇ ਬੰਦੇ ਨੇ ਵੀ ਸਤਿਗੁਰਾਂ ਨੂੰ ਸਿੱਧੇ ਮੂੰਹ ਨਾ ਬੁਲਾਇਆ। ਰੋਟੀ ਪਾਣੀ ਜਾਂ ਰਾਤ ਰਹਿਣ ਲਈ ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਸੀ। ਸਗੋਂ ਉੱਥੋਂ ਦੇ ਲੋਕ ਤੇ ਬੱਚੇ ਸਤਿਗੁਰਾਂ ਤੇ ਮਰਦਾਨੇ ਨੂੰ ਮਖੌਲ ਕਰਦੇ ਰਹੇ। ਸਤਿਗੁਰੂ ਜੀ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਭੁੱਖੇ ਭਾਣੇ ਸਾਰੀ ਰਾਤ ਨੀਲੇ ਅਸਮਾਨ ਦੀ ਛੱਤ ਹੇਠ ਗੁਜ਼ਾਰੀ। ਦਿਨ ਚੜ੍ਹਿਆ। ਪ੍ਰਮਾਤਮਾ ਦੀ ਸਿਫਤ ਸਲਾਹ ਦੇ ਸੋਹਲੇ
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਰਦਾਨੇ ਨੇ ਗਾਏ ਤੇ ਅਗਾਂਹ ਚੱਲਣ ਦੀ ਤਿਆਰੀ ਕਰ ਲਈ। ਕੁਝ ਤਮਾਸ਼ਬੀਨ ਵੀ ਸਤਿਗੁਰਾਂ ਦੀ ਵਿਦਾਇਗੀ ਵੇਲੇ ਇਕੱਠੇ ਹੋ ਗਏ। ਸਤਿਗੁਰਾਂ ਉਹਨਾਂ ਨੂੰ ਸੰਬੋਧਨ ਕਰਕੇ ਅਸੀਸ ਦਿੱਤੀ ਕਿ ਭਾਈ ਵਸਦੇ ਰਹੋ। ਸਤਿਗੁਰੂ ਜੀ ਤੇ ਮਰਦਾਨਾ ਜੀ ਰਮਦੇ ਰਮਦੇ ਤੀਸਰੇ ਕੁ ਦਿਨ ਇੱਕ ਹੋਰ ਨਗਰ ਵਿੱਚ ਪੁੱਜ ਗਏ। ਉਹਨਾਂ ਨਗਰ ਵਾਲਿਆਂ ਸਤਿਗੁਰਾਂ ਦੀ ਬੜੀ ਆਓ ਭਗਤ ਕੀਤੀ, ਪ੍ਰਸ਼ਾਦਾ ਪਾਣੀ ਬੜੇ ਪ੍ਰੇਮ ਨਾਲ ਛਕਾਇਆ, ਟਿਕਾਣਾ ਕਰਵਾਇਆ ਆਪਣੇ ਘਰਾਂ ਵਿੱਚ, ਬਹੁਤ ਆਦਰ ਮਾਣ ਸਤਿਕਾਰ ਦਿੱਤਾ। ਸਤਿਗੁਰੂ ਜਦੋਂ ਉਸ ਨਗਰੀ ਤੋਂ ਰਵਾਨਾ ਹੋਣ ਲੱਗੇ ਤਾਂ ਸਾਰਾ ਨਗਰ ਸਤਿਗੁਰੂ ਜੀ ਨੂੰ ਤੋਰਨ ਵਾਸਤੇ ਵਿਦਾਇਗੀ ਦੇਣ ਲਈ ਹਾਜ਼ਰ ਹੋਇਆ ਤੇ ਭੁੱਲ ਚੁੱਕ ਦੀ ਖਿਮਾ ਮੰਗੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਨਗਰ ਦੇ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਭਲਿਓ ਉੱਜੜ ਜਾਵੋ। ਇਹ ਅਨੋਖਾ ਬਚਨ ਕਹਿ ਕੇ ਸਤਿਗੁਰੂ ਜੀ ਤੇ ਭਾਈ ਮਰਦਾਨਾ ਅਗਲੇ ਪੜਾਅ ਲਈ ਰਮਦੇ ਹੋਏ। ਰਸਤੇ ਤੁਰੇ ਜਾਂਦਿਆਂ ਮਰਦਾਨੇ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਨੇ ਚੰਗਾ ਨਿਆਂ ਕੀਤਾ। ਜਿਨ੍ਹਾਂ ਲੋਕਾਂ ਨੇ ਟਿਚਰਾਂ ਮਖੌਲਾਂ ਕੀਤੀਆਂ, ਘੁੱਟ ਪਾਣੀ ਦਾ ਪੀਣ ਲਈ ਨਾ ਦਿੱਤਾ, ਰਾਤ ਨੀਲੇ ਅਸਮਾਨ ਹੇਠ ਅਸਾਂ ਕੱਟੀ, ਉਹਨਾਂ ਨੂੰ ਤਾਂ ਤੁਸੀਂ ਵਸਦੇ ਰਹੋ ਕਹਿ ਕੇ ਨਵਾਜਿਆ। ਤੇ ਜਿਨ੍ਹਾਂ ਭਲੇ ਪੁਰਸ਼ਾਂ ਨੇ ਆਦਰ ਮਾਣ ਸਤਿਕਾਰ ਦਿੱਤਾ, ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ, ਜਲ ਪਾਣੀ ਦੀ ਸੇਵਾ ਕੀਤੀ, ਬੜੇ ਭਾਉ ਨਾਲ ਵਿਸ਼ਰਾਮ ਕਰਵਾਇਆ, ਸਾਰਾ ਨਗਰ ਸਤਿਕਾਰ ਨਾਲ ਵਿਦਾਇਗੀ ਦੇਣ ਆਇਆ, ਉਹਨਾਂ ਨੂੰ ਤੁਸੀਂ ਉੱਜੜ ਜਾਓ ਕਹਿ ਕੇ ਸ਼ਰਾਪ ਦੇ ਦਿੱਤਾ। ਇਹ ਅਨੋਖਾ ਨਿਆਂ ਮੇਰੀ ਸਮਝ ਵਿੱਚ ਨਹੀਂ ਆਇਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਸੰਬੋਧਨ ਹੋ ਕੇ ਆਖਿਆ ਕਿ ਮਰਦਾਨਿਆਂ, ਉਹ ਟਿਚਰਾ ਮਖੌਲ ਕਰਨ ਵਾਲੇ ਅਤੇ ਆਏ ਗਏ ਰਾਹਗੀਰ ਨੂੰ ਰੋਟੀ ਪਾਣੀ ਵੀ ਨਾ ਪੁੱਛਣ ਵਾਲੇ ਮਾੜੇ ਬੰਦੇ ਇੱਕ ਥਾਂ ਟਿਕੇ ਹੀ ਰਹਿਣ ਤਾਂ ਠੀਕ ਨੇ। ਜੇ ਇਹ ਉੱਜੜ ਕੇ ਹੋਰਨਾਂ ਥਾਵਾਂ ਤੇ ਚਲੇ ਗਏ, ਜਿਸ ਜਿਸ ਥਾਂ ਵੀ ਜਾ ਕੇ ਵਸਣਗੇ, ਉੱਥੇ ਉੱਥੇ ਉਹ ਆਪਣੇ ਵਰਗੇ ਅਨੇਕਾਂ ਮਾੜੇ ਬੰਦੇ ਪੈਦਾ ਕਰਨ ਦਾ ਸਬੱਬ ਬਣਨਗੇ। ਬਦੀ ਤੇ ਬਦਖੋਰੀ ਕਰਨ ਵਾਲੇ ਇੱਕ ਥਾਂ ਤੇ ਟਿਕੇ ਹੀ ਰਹਿਣ ਤਾਂ ਠੀਕ ਹੈ, ਪਰ ਇਹ ਭਲੇ ਬੰਦੇ ਜਿਨ੍ਹਾਂ ਨੇ ਸਾਡੀ ਆਓ ਭਗਤ ਕੀਤੀ, ਰੋਟੀ ਪਾਣੀ ਬੜੇ ਪਿਆਰ ਨਾਲ ਛਕਾਇਆ, ਘਰਾਂ ਵਿੱਚ ਵਿਸ਼ਰਾਮ ਕਰਾਇਆ, ਬੜੇ ਆਦਰ ਭਾਵ ਨਾਲ ਵਿਦਾਇਗੀ ਦਿੱਤੀ, ਅਜਿਹੇ ਨੇਕ ਬੰਦੇ ਇੱਕ ਥਾਂ ਨਹੀਂ ਰਹਿਣੇ ਚਾਹੀਦੇ। ਇਹ ਉੱਜੜ ਕੇ ਜਿਸ ਜਿਸ ਨਗਰ ਵੀ ਬਸੇਬਾ ਕਰਨਗੇ, ਉੱਥੇ ਜਾ ਕੇ ਨੇਕੀ ਤੇ ਪਰਉਪਕਾਰ ਦਾ ਪ੍ਰਚਾਰ ਹੀ ਕਰਨਗੇ। ਇਹਨਾਂ ਭਲੇ ਬੰਦਿਆਂ ਦੀ ਸੰਗਤ ਕਰਨ ਨਾਲ ਅਨੇਕਾਂ ਦਾ ਭਲਾ ਹੋਵੇਗਾ। ਸੋ ਮਰਦਾਨਿਆਂ, ਇਹਨਾਂ ਨੂੰ ਸਰਾਪ ਨਹੀਂ ਦਿੱਤਾ, ਇਹਨਾਂ ਦੇ ਜਿੰਮੇ ਨੇਕੀ ਪਰਉਪਕਾਰ ਦਾ ਪ੍ਰਚਾਰ ਸੌਂਪਿਆ ਹੈ। ਮਰਦਾਨੇ ਨੇ ਸਤਿਗੁਰਾਂ ਦੇ ਬਚਨ ਸਰਵਣ ਕਰਕੇ ਉੱਤਰ ਦਿੱਤਾ, ਦਾਤਿਆ ਮੈਂ ਬਲਿਹਾਰ ਜਾਂਦਾ ਹਾਂ ਤੁਹਾਡੀ ਸੋਚ ਤੋਂ। ਮੈਂ ਨਿਮਾਣੇ ਦੀ ਸੋਚਣੀ ਬਹੁਤ ਹੇਠਲੇ ਤਲਦੀ ਹੈ, ਸੁਬਹਾਨ ਤੇਰੀ ਦੀਰਘ ਦ੍ਰਿਸ਼ਟੀ ਤੋਂ। ਸੋ ਗੁਰਦਾਵਰ ਸਾਹਿਬ ਤਕੜੇ ਹੋਵੋ, ਮਨ ਚੋਂ ਦੁਬਦਾ ਦਾ ਤਿਆਗ ਕਰਕੇ ਸੱਚ ਮਾਰਗ ਤੇ ਚੱਲ ਕੇ ਵੇਖੋ, ਸਤਿਗੁਰੂ ਭਲੀ ਕਰਨਗੇ। ਗੁਰਦਾਵਰ ਵਰਿਆਮ ਸਿੰਘ ਨੇ ਬਾਬਾ ਜੀ ਦੇ ਬਚਨ ਸੁਣ ਕੇ ਸਿਰ ਝੁਕਾਇਆ ਤੇ ਬਚਨ ਕੀਤਾ ਕਿ ਤੁਸੀਂ ਮੇਰੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੋ। ਅੱਜ ਤੋਂ ਮੈਂ ਚਾਹ ਜ਼ਰੂਰ ਪੀ ਲਿਆ ਕਰਾਂਗਾ, ਪਰ ਕਿਸੇ ਦਾ ਲਹੂ ਨਹੀਂ ਪੀਵਾਂਗਾ। ਬਾਬਾ ਜੀ ਨੇ ਸੰਗਤੀ ਰੂਪ ਵਿੱਚ ਬੇਨਤੀ ਚੌਪੀ ਦਾ ਪਾਠ ਕਰਵਾ ਕੇ ਸਰਦਾਰ ਵਰਿਆਮ ਸਿੰਘ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਸਮਾਂ ਲੰਘਦਾ ਗਿਆ, ਮੌਕੇ ਦੇ ਅਫਸਰਾਂ ਨੇ ਇੱਕ ਦੋ ਥਾਂ ਬਦਲੀ ਵੀ ਕੀਤੀ, ਪਰ ਸਰਦਾਰ ਵਰਿਆਮ ਸਿੰਘ ਹੋਰੀ ਆਪਣੇ ਦਿੱਤੇ ਬਚਨ ਤੇ ਕਾਇਮ ਰਹੇ। ਸਾਲ ਸਵਾ ਸਾਲ ਦੇ ਅਰਸੇ ਪਿੱਛੋਂ ਉਹਨਾਂ ਗੁਰੂ ਮਹਾਰਾਜ ਜੀ ਦਾ ਅੰਮ੍ਰਿਤ ਵੀ ਛਕ ਲਿਆ ਤੇ ਇੱਕ ਪੂਰਨ ਗੁਰਸਿੱਖ ਦਾ ਨਮੂਨਾ ਬਣ ਕੇ ਤਹਿਸੀਲਦਾਰ ਦੀ ਅਸਾਮੀ ਤੋਂ ਰਿਟਾਇਰ ਹੋਏ ਅਤੇ ਉਹਨਾਂ ਦੀ ਸੰਗਤ ਅਤੇ ਕਰਨੀ ਵੇਖ ਕੇ ਅਨੇਕਾਂ ਪ੍ਰਾਣੀਆਂ ਦੇ ਜੀਵਨ ਵਿੱਚ ਤਬਦੀਲੀ ਆਈ। ਅਕਸਰ ਹੀ ਸਰਦਾਰ ਵਰਿਆਮ ਸਿੰਘ ਬਾਬਾ ਜੀ ਦੀ ਸੰਗਤ ਵਿੱਚ ਆਉਂਦੇ ਰਹਿੰਦੇ ਰਹੇ ਤੇ ਇੱਕ ਡੋਲ ਦੇ ਥਿੜਕਦੇ ਮੁਲਾਜ਼ਮਾਂ ਨੂੰ ਆਪਣੀ ਜੀਵਨ ਗਾਥਾ ਸੁਣਾ ਕੇ ਪਰਾਇਆ ਹੱਕ ਤੋਂ ਬਚਾਉਣ ਦਾ ਵਸੀਲਾ ਬਣਦੇ ਰਹੇ।